ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੁਣਤ ਨਮਰ ਹੋਏ ਮੋਹਰ ਮੋਹ ਪਗ ਨਮੋ ਕਰੰਤਾ। ਪ੍ਰਭ ਜੀ ਭੀਵ ਬਤਾਈਏ ਮੁਝ ਚਿੰਤ ਅਨੰਤਾ। ਸੁਣਤ ਨਮਰ ਹੋਏ ਮੋਹਰ ਮੋਹ ਪਗ ਨਮੋ ਕਰੰਤਾ। ਪ੍ਰਭ ਜੀ ਭੀਵ ਬਤਾਈਏ ਮੁਝ ਚਿੰਤ ਅਨੰਤਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ, ਤਾ ਸਰਨ ਜਗਤ ਚਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਨ ਗੁਰ ਸਿੱਖ, ਆਗਿਆ ਤਾਏ ਸਗਲ ਸੰਸਾਰ ਹੈ ਤਾਵੇ। ਸਤਿਗੁਰ ਸੇਵਾ ਪਾਏ ਪੂਜ ਕਰੈ ਗੁਰ ਸਿੱਖ, ਸਰਬ ਨਿਧਾਨ ਅਗਰ ਲਿਵ ਲਾਵੇ। ਸਤਿਗੁਰ ਸਿੱਖਿਆ ਦਿਖਿਆ ਹਿਰਦੈ ਪ੍ਰਵੇਸ਼ ਜਾਏ, ਤਾਕਿ ਸੀਖ ਸੁਨਤ ਪਰਮ ਪਦ ਪਾਵੇ। ਏਕੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਤਨ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀ ਅਚਿਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਭਾਈ ਸਮੀਰ ਜੀ ਨੇ ਉਹ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਦੋਂ ਸੇਵਾ ਕੀਤੀ, ਹਰ ਵਕਤ ਭਾਈ ਸਮੀਰ ਜੀ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਰਹਿੰਦੇ ਸਨ। ਜਿਵੇਂ ਜਿਵੇਂ ਇਹਦੇ ਮਨ ਦੇ ਵਿੱਚ ਬੜੀ ਸ਼ਰਧਾ ਭਾਵਨਾ ਪ੍ਰੇਮ ਵੀ ਵੱਧ ਚੁੱਕੇ ਹੈ, ਕੁਦਰਤੀ ਤੌਰ 'ਤੇ ਹੈ। ਇਸ ਸੇਵਾ ਦੇ ਵਿੱਚ ਬੜੀਆਂ ਬਰਕਤਾਂ ਭਰੀਆਂ ਹੋਈਆਂ ਹਨ। ਕੋਈ ਵੀ ਕਿਸੇ ਦੀ ਸੇਵਾ ਕਰ ਲੇ, ਉਹਦੇ ਹਿਰਦੇ ਦੇ ਅੰਦਰ ਆਪਣੇ ਆਪ ਹੀ ਜਿਹੜੀ ਖੁਸ਼ੀ ਪੈਦਾ ਹੋ ਜੂ। ਸੇਵਾ 'ਤੇ ਪ੍ਰਸੰਨ ਹੋ ਕਰਕੇ ਮਹਾਰਾਜ ਕਹਿਣ ਲੱਗੇ, ਭਾਈ ਸਮੀਰ ਜੀ ਮੰਗਲ ਹੈ, ਜੋ ਵੀ ਤੂੰ ਆਪਣੇ ਮਨ ਦੇ ਵਿੱਚ ਚਾਹੁੰਦਾ। ਇਹਨੇ ਦੋਵੇਂ ਹੱਥ ਜੋੜ ਕਰਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੇ ਆਪ ਤਰੁੱਠੇ ਹੋ, ਆਪ ਮੇਰੇ 'ਤੇ ਪ੍ਰਸੰਨ ਹੋ, ਆ ਫਿਰ ਮੇਰਾ 84 ਦਾ ਜਿਹੜਾ ਚੱਕਰ ਮੇੜ ਦਿਓ। ਸੁਣ ਕਰਕੇ ਦਸ਼ਮੇਸ਼ ਪਿਤਾ ਚੁੱਪ ਕਰਕੇ ਕੋਈ ਆਪਣੇ ਵੱਲੋਂ ਜਵਾਬ ਨਹੀਂ ਸੀ ਦਿੱਤਾ। 10-11 ਦਿਨਾਂ ਤੋਂ ਬਾਅਦ ਫਿਰ ਪੁੱਛਿਆ ਮਹਾਰਾਜ, ਭਾਈ ਸਮੀਰ ਜੀ ਮੰਗ ਲੈ, ਜੋ ਵੀ ਤਾਰੇ ਮਨ ਦੇ ਵਿੱਚ ਕੋਈ ਇੱਛਾ ਹੈ, ਕੋਈ ਕਾਮਨਾ ਹੈ। ਫਿਰ ਉਹਨੇ ਉਹੀ ਆਪਣੀ ਜਿਹੜੀ ਇੱਛਾ ਕਾਮਨਾ ਸਤਿਗੁਰੂ ਜੀ ਦੇ ਅੱਗੇ ਰੱਖੀ। ਮਹਾਰਾਜ ਕਹਿਣ ਲੱਗੇ ਵੀ ਦੇਖ, ਜੇ ਤੋਂ ਕੋਈ ਦੁਨਿਆਵੀ ਰਾਜ ਭਾਗ ਦੁਨਿਆਵੀ
ਮਾਇਆ ਚਾਹੁੰਦਾ ਉਹ ਤਾਂ ਤੈਨੂੰ ਹੁਣੇ ਹੀ ਮਿਲ ਜੂ। ਜੇ ਤੂੰ ਕਹੇ ਤੈਨੂੰ ਆ ਸੁਰਗ ਲੋਕ ਦਾ ਰਾਜ ਵੀ ਬਸ ਸਕਦੇ ਆ। ਪਰ ਕਹਿਣ ਲੱਗਿਆ ਸੱਚੇ ਪਾਤਸ਼ਾਹ ਵੀ ਇਹ ਜਿਹੜੇ ਸੁਰਗ ਦੇ ਰਾਜ ਸਦਾ ਵਾਸਤੇ ਰਹਿਣ ਵਾਲੇ ਤਾਂ ਹੈ ਨਹੀਂ, ਤੇ ਮੈਂ ਤਾਂ ਆਪ ਦੇ ਚਰਨਾਂ 'ਚ ਸਦਾ ਦੇ ਲਈ ਬਾਸਾ ਮੰਗਦਾ ਹਾਂ। ਸਤਿਗੁਰੂ ਜੀ ਕਹਿ ਲੱਗੇ ਚੰਗਾ, ਫਿਰ ਇਹ ਵੀ ਤੇਰੇ ਮਨ ਦੀ ਕਾਮਨਾ ਪੂਰੀ ਹੋ ਜਾਣੀ ਹੈ। ਜਦੋਂ ਭਾਈ ਸਮੀਰ ਜੀ ਰਾਤ ਦੇ ਟਾਈਮ ਘਰ ਜਾ ਕੇ ਆਪਣਾ ਆਰਾਮ ਕਰਨ ਲੱਗੇ, ਉਸ ਵਕਤ ਇਹੋ ਜਿਹਾ ਬੜਾ ਭਿਆਨਕ ਦੁਖਦਾਈ ਸੁਪਨਾ ਆਇਆ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੇਨਕ ਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖਜ ਹੋਇਓ। ਭਾਈ ਸਮੀਰ ਜੀ ਨੇ ਸੁਪਨੇ ਵਿੱਚ ਹੀ ਪਤਾ ਨਹੀਂ ਕਿਤਨੀਆਂ ਇਹੋ ਜਿਹੀਆਂ ਨਿਸ਼ਦ ਜੋਨਾਂ ਧਾਰਨ ਕੀਤੀਆਂ। ਅਖੀਰ ਨੂੰ ਇਹਦਾ ਜਨਮ ਹੋ ਗਿਆ ਚੰਡਾਲਾਂ ਦੇ ਘਰ ਦੇ ਵਿੱਚ। ਸਮਾਂ ਪਾ ਕਰਕੇ ਬਹੁਤ ਵੱਡਾ ਪਰਿਵਾਰ ਵੱਧ ਗਿਆ ਭਾਈ ਸਮੀਰ ਜੀ ਦਾ। ਜਦੋਂ ਇਲਾਕੇ ਦੇ ਵਿੱਚ ਪੈ ਗਿਆ ਕਾਲ, ਉਸ ਸਮੇਂ ਅੰਨ ਦੀ ਖੋਜ ਕਰਨ ਵਾਸਤੇ ਭਾਈ ਸਮੀਰ ਜੀ ਆਪਣੇ ਧੀਆਂ ਪੁੱਤਾਂ ਦੇ ਸਮੇਤ ਜੰਗਲ ਦੇ ਇਲਾਕੇ ਦੇ ਵਿੱਚ ਪਹੁੰਚੇ, ਤੇ ਉੱਥੇ ਇੱਕ ਪਿਲੂਆਂ ਦਾ ਦਰਖਤ ਖੜਾ ਸੀ। ਟਾਹਣੇ 'ਤੇ ਚੜ੍ਹ ਕੇ ਜਿਹੜੇ ਨੇ ਪਿਲੂਆਂ ਦੇ ਫਲ ਤੋੜ ਕਰਕੇ ਆਪਣੇ ਧੀਆਂ ਪੁੱਤਾਂ ਦੇ ਅੱਗੇ ਸੁੱਟੀ ਜਾਂਦਾ ਹੈ। ਲਾਲ ਦੇ ਵਿੱਚ ਆ ਕਰਕੇ ਦਾ ਪੈਰ ਇੱਕ ਪਤਲੇ ਜਿਹੇ ਟਾਹਣੇ 'ਤੇ ਡਿੱਗਿਆ ਸੀ। ਉਸ ਵਕਤ ਦਾੜ ਦੇ ਕਰ ਧਰਤੀ 'ਤੇ ਗਿਰ ਗਿਆ। ਜਦੋਂ ਅੱਖ ਖੁੱਲੀ ਹੈਰਾਨ ਹੋ ਗਿਆ ਵੀ ਇਹ ਸੱਚੀ ਗੱਲ ਹੈ ਜਾਂ ਫਿਰ ਮੈਨੂੰ ਸੁਪਨਾ ਆਇਆ ਸੀ। ਜਦੋਂ ਭਾਈ ਸਮੀਰ ਜੀ ਬਾਹਰ ਕਿਰਿਆ ਕਰਨ ਵਾਸਤੇ ਗਏ, ਤੇ ਉੱਥੇ ਪਖਾਨੇ ਦੇ ਵਿੱਚ ਵੀ ਉਹੀ ਜਿਹੜੇ ਪਿਲੂਆਂ ਦੇ ਫਲ ਦਿਸੇ ਸਨ। ਦਾਤਣ ਕਰਨ ਲੱਗਿਆ ਤਾਂ ਵੀ ਦੰਦਾਂ ਦੇ ਵਿੱਚੋਂ ਬਹੁਤ ਸਾਰੇ ਵੱਡੇ ਫਸੇ ਹੋਏ ਛਿਲਕੇ ਨਿਕਲੇ ਸੀ। ਜਦੋਂ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਹਾਜ਼ਰ ਹੋਇਆ, ਉਸ ਸਮੇਂ ਸਤਿਗੁਰੂ ਜੀ ਪੁੱਛਣ ਲੱਗੇ, ਭਾਈ ਸਮੀਰ ਜੀ ਕੀ ਗੱਲ ਹੋ ਗਈ? ਅੱਜ ਤੇਰਾ ਚਿਹਰਾ ਬੜਾ ਉਦਾਸ ਨਜ਼ਰ ਆਉਂਦਾ ਹੈ। ਸੁਣ ਕਰਕੇ ਫਿਰ ਇਹਨੇ ਉਹ ਜਿਹੜਾ ਸਾਰਾ ਸੁਪਨੇ ਦਾ ਸੀਨ ਸਤਿਗੁਰੂ ਜੀ ਦੇ ਅੱਗੇ ਦੱਸਿਆ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੁਣਤ ਨਮਰ ਹੋਏ ਮੋਹਰ ਮੋਹ ਪਗ ਨਮੋ ਕਰੰਤਾ। ਉਸ ਸਮੇਂ ਭਾਈ ਸਮੀਰ ਜੀ ਨੇ ਮਨ ਦੇ ਵਿੱਚ ਬੜੀ ਨਿਮਰਤਾ ਗਰੀਬੀ ਧਾਰਨ ਕਰਕੇ ਬਾਰ ਸਤਿਗੁਰੂ ਜੀ ਦੇ ਅੱਗੇ ਮੱਥਾ ਟੇਕਿਆ ਸੀ। ਪ੍ਰਭ ਜੀ ਭੀਵ ਬਤਾਈਏ ਮੁਝ ਚਿੰਤ ਅਨੰਤਾ। ਸੱਚੇ ਪਾਤਸ਼ਾਹ ਇਹ ਸੁਪਨਾ ਦੇ ਕੇ ਮੇਰੇ ਮਨ ਦੇ ਵਿੱਚ ਬੜੀ ਚਿੰਤਾ ਬੜਾ ਫਿਕਰ ਖੜਾ ਹੋ ਗਿਆ। ਸੁਪਨਾ ਹੋਇਓ ਸਾਚ ਕੈ ਦੋਨੋਂ ਵਿਦ ਜਾਨੀ। ਅਜੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਸੁਪਨਾ ਸੀ ਜਾਂ ਮੇਰੇ ਜਿਹੜੀਆਂ ਘਟਨਾਵਾਂ ਮੇਰੇ ਨਾਲ ਸੱਚੀਆਂ ਹੀ ਵਾਪਰ ਚੁੱਕੀਆਂ ਹਨ। ਹਲ ਪੀਲੂ ਕੋ ਸਮੋ ਨਹਿ ਨਿਸ ਮਹਿ ਕੀ ਖਾਨੀ। ਸੱਚੇ ਪਾਤਸ਼ਾਹ ਵੀ ਨਾ ਹੋ ਤਾਂ ਹੋਣਾ ਕੋਈ ਪੀਲੂਆਂ ਦੀ ਰੁੱਤ ਹੈ, ਨਾ ਮੈਂ ਕੋਈ ਪੀਲੂਆਂ ਦੇ ਫਲ ਮੂੰਹ ਦੇ ਵਿੱਚ ਨਹੀਂ ਪਾਏ ਸਨ। ਇਹ ਜਿਹੜੇ ਛਿਲਕੇ ਪਤਾ ਨਹੀਂ
ਕਿਵੇਂ ਮੇਰੇ ਦੰਦਾਂ 'ਚੋਂ ਫਸੇ ਹੋਏ ਨਿਕਲੇ ਹਨ। ਇੱਕ ਵੀ ਜਿਹੜਾ ਫਲ ਕੋਈ ਪੀਲੂਆਂ ਦਾ ਖਾਧਾ ਨਹੀਂ, ਤੇ ਨਾ ਹੁਣ ਇਸ ਮੌਸਮ ਦੇ ਵਿੱਚ ਤਾਂ ਕਦੇ ਵੀ ਇਹ ਜਿਹੜੇ ਪੀਲੂਆਂ ਦੇ ਫਲ ਦਰਖਤਾਂ ਨੂੰ ਨਹੀਂ ਲੱਗਦੇ ਹਨ। ਪਰ ਮੇਰੇ ਮਨ ਦੇ ਵਿੱਚ ਇਹ ਨਹੀਂ ਸਮਝ ਪੈਂਦੀ ਵੀ ਸੱਚੀ ਗੱਲ ਹੈ ਚੌਵਰੇ ਮੈਨੂੰ ਐਵੇਂ ਝੂਠਾ ਸੁਪਨਾ ਹੀ ਆਇਆ ਸੀ। ਜਾਗੇ ਮਲ ਪੀਲੂਨ ਕੀ ਅਰ ਬੀਜ ਸੋ ਦੰਤਾ। ਸੱਚੇ ਪਾਤਸ਼ਾਹ ਜਿਹੜਾ ਮੇਰਾ ਪਖਾਨਾ ਉਹ ਵੀ ਪੀਲੂਆਂ ਤੋਂ ਹੀ ਬਣਿਆ ਹੋਇਆ ਸਰੀਰ ਦੇ ਵਿੱਚੋਂ ਨਿਕਲਿਆ ਸੀ। ਤੇ ਜਦੋਂ ਹੁਣ ਮੈਂ ਦਾਤਨ ਕੁਰਲਾ ਕੀਤਾ, ਵੱਡੇ ਛੋਟੇ ਪਤਾ ਨਹੀਂ ਕਿਤਨੇ ਛਿਲਕੇ ਆ ਦੰਦਾਂ ਦੇ ਵਿੱਚ ਫਸੇ ਹੋਏ ਸਾਹਮਣੇ ਬਾਹਰ ਨਿਕਲੇ ਸੀ। ਨੀਕੇ ਮੈਂ ਦੀਖਣ ਕਰਿਓ ਬਿਸਮਿਓ ਚਿਤ ਚਿੰਤਾ। ਪਰ ਇਹ ਸੱਚੀ ਗੱਲ ਦੇ ਕਰਕੇ ਮੇਰੇ ਮਨ ਦੇ ਵਿੱਚ ਬੜੀ ਹੈਰਾਨਗੀ ਪੈਦਾ ਹੋ ਰਹੀ ਹੈ। ਸ਼੍ਰੀ ਮੁਖ ਤੇ ਭਾਖਿਓ ਤਬੈ ਤੁਬ ਜਨਮ ਕਨੀਰੀ। ਇਹ ਸੁਣ ਕਰਕੇ ਸਤਿਗੁਰੂ ਸੱਚਾ ਪਾਤਸ਼ਾਹ ਕਹਿਣ ਲੱਗੇ ਵੀ ਦੇਖ, ਜਿਹੜੇ ਤੇਰੇ ਇਤਨੇ ਜਨਮ ਅਸੀਂ ਸੁਪਨੇ ਦੇ ਵਿੱਚ ਹੀ ਭੁਗਤਾ ਦਿੱਤੇ ਹਨ। ਸੁਪਨੇ ਵਿਕੇ ਪੁਗਾਈ ਦੀਏ ਸੁਧ ਪਾਈ ਸਬੀਰੀ। ਹੁਣ ਜਿਹੜੀ ਤੇ ਸਾਡੇ ਪਾਸੋਂ ਮੰਗ ਮੰਗੀ ਉਹ ਪੂਰੀ ਹੋ ਗਈ ਹੈ। ਜਿਹੜੀਆਂ ਬੜੀਆਂ ਨਿਸ਼ਦ ਜੋਨੀਆਂ ਇਤਨੇ ਜਨਮ ਅਜੇ ਤੈਂ ਦੁਨੀਆ ਦੇ ਅੰਦਰ ਧਾਰਨ ਕਰਨੇ ਸੀ, ਪਰ ਉਹ ਸਾਰੀਆਂ ਜਿਹੜੀਆਂ ਵੱਡੀਆਂ ਵੱਡੀਆਂ ਦੁਖਦਾਈ ਜੋਨੀਆਂ ਤੈਨੂੰ ਇਹ ਸੁਪਨੇ ਦੇ ਵਿੱਚ ਹੀ ਭੁਗਤਾ ਦਿੱਤੀਆਂ ਹਨ। ਹਮ ਤੇ ਜਾਚਤ ਨਿਤ ਹੋਤੋ ਨ ਪਰੋ 84। ਤੈਂ ਇਹੀ ਕਾਮਨਾ ਸਾਡੇ ਪਾਸੋਂ ਰੋਜ਼ ਦੀ ਰੋਜ਼ ਮੰਗੀ। ਸੱਚੇ ਪਾਤਸ਼ਾਹ ਵੀ ਮੈਂ 84 ਦੇ ਗੇੜੇ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਹਾਂ। ਸੋ ਨਿਸ਼ਚੈ ਤੋ ਕੋ ਦਿਓ ਕਟ ਗਈ ਜਮ ਪਾਸੀ। ਆ ਜਮਾਂ ਦੀ ਫਾਂਸੀ ਤੇਰੀ ਕੱਟ ਗਈ, ਕੋਈ ਵੀ ਹੁਣ ਤੈਨੂੰ ਜਨਮ ਨਹੀਂ ਧਾਰਨ ਕਰਨਾ ਪਵੇਗਾ। ਦੁਰਲਭ ਪਦ ਜੋਗੀਨ ਕੋ ਸੋ ਪ੍ਰਾਪਤ ਹੋਵੇ। ਜਿਹੜੇ ਦੁਰਲਭ ਪਦਵੀ ਇਹ ਵੱਡੇ ਵੱਡੇ ਜੋਗੀ ਸਿਰਾਂ ਵੱਡੇ ਵੱਡੇ ਸਾਧੂ ਫਕੀਰਾਂ ਨੂੰ ਵੀ ਕਦੇ ਪ੍ਰਾਪਤ ਨਹੀਂ ਹੁੰਦੀ ਹੈ। ਪਬ ਜਲ ਦਿਓ ਤਰਾਈ ਕਰ ਨਹਿ ਸੰਕਟ ਜੋਵੇ। ਸਤਿਗੁਰੂ ਜੀ ਕਹਿ ਲੱਗੇ ਵੀ ਹੁਣ ਤੈਨੂੰ ਇਹ ਸੰਸਾਰ ਸਾਗਰ ਤੋਂ ਅਸੀਂ ਸਦਾ ਦੇ ਲਈ ਪਾਰ ਕਰ ਦਿੱਤਾ ਹੈ। ਗੁਰ ਟਿਗ ਤਬੈ ਤਿਕਾਨ ਇੱਕ ਤਿਰ ਦਿਆਲਪੁਰੀ ਕੋ। ਉਸ ਵਕਤ ਇੱਕ ਦਿਆਲਪੁਰ ਪਿੰਡ ਦੇ ਰਹਿਣ ਵਾਲਾ ਤੇ ਖਾਨ ਇਹ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਬੈਠਾ ਹੋਇਆ ਏ, ਬਚਨ ਸੁਣ ਰਿਹਾ ਸੀ। ਸੋ ਬੋਲਿਓ ਕਰ ਜੋਰ ਕੈ ਨਿਜ ਮਸਤਕ ਟੇਕੋ। ਉਹਨੇ ਵੀ ਮਹਾਰਾਜ ਦੇ ਅੱਗੇ ਮੱਥਾ ਟੇਕ ਕੇ ਆਪਣੇ ਵੱਲੋਂ ਬੇਨਤੀ ਕਰ ਦਿੱਤੀ ਹੈ। ਬਖਸ਼ੋ ਇਸ ਕੀ ਸੰਗ ਮੁਝ ਭਵਜਲ ਤੇ ਰੱਖੋ। ਸੱਚੇ ਪਾਤਸ਼ਾਹ ਵੀ ਜਿਵੇਂ ਭਾਈ ਸਮੀਰ ਨੂੰ ਇਸ ਦੁਖਦਾਈ ਸੰਸਾਰ ਸਾਗਰ ਤੋਂ ਆਪਨੇ ਪਾਰ ਕਰ ਦਿੱਤਾ ਹੈ, ਮੇਰੇ ਉੱਪਰ ਵੀ ਆਪਨੇ ਰਹਿਮਤ ਕਰਨੀ ਹੈ ਵੀ ਮੈਂ ਵੀ ਇਹ ਜਿਹੜੇ ਆਪਣੇ ਜਨਮ ਮਰਨ ਦੇ ਚੱਕਰ ਆਪ ਦੇ ਚਰਨਾਂ 'ਚੋਂ ਸਦਾ ਦੇ ਲਈ ਮਿਟਣੇ ਚਾਹੁੰਦਾ ਹਾਂ। ਦਾਸ ਜਾਨ ਕਰ ਆਪਨੋ ਦਿਓ ਬਰ ਜਿਮ ਕੰਖੋ। ਮਹਾਰਾਜ ਮੈਨੂੰ ਵੀ ਆਪਣੇ ਚਰਨਾਂ ਦਾ ਸੇਵਕ ਦਾਸ ਜਾਣਦੇ ਆਏ ਆ, ਰਸਨਾ ਤੋਂ ਇਹੋ ਜਿਹੇ ਵਰਦਾਨ ਬਖਸ਼ ਦੁਆ ਵੀ ਜਿਵੇਂ ਭਾਈ ਸਮੀਰ ਜੀ ਨੂੰ ਕਿਹੋ ਜੇ ਆਪਣੇ ਜਿਹਨੇ ਬਚਨ ਕੀਤੇ ਹਨ। ਬਿਗਸੇ ਪ੍ਰਭ ਜੀ ਢਿਗ ਰਹਿਤ ਮਨ ਪ੍ਰੇਮ ਕਨੀਰਾ। ਸਤਿਗੁਰੂ ਜੀ ਸੁਣ ਕਰਕੇ ਬੜੇ ਮੁਸਕਰਾਏ। ਇਹ ਵੀ ਬੜੇ ਲੰਮੇ ਸਮੇਂ ਤੋਂ ਮਹਾਰਾਜ ਦੇ ਦਰਬਾਰ ਦੇ ਵਿੱਚ ਹੀ ਰਿਹਾ ਕਰਦਾ ਸੀ। ਤਿਸ ਪਰ ਪੀ ਕਰੁਣਾ ਕਰੀ ਭਾਖਿਓ ਤਿਸ ਬੀਰਾ। ਸਤਿਗੁਰੂ ਜੀ ਨੇ ਇਹਦੇ ਵੀ ਆਸਾਰ ਹੈ ਜਿਹੜੇ ਜਨਮ ਮਰਨ ਦੇ ਚੱਕਰ ਹੀ ਖਤਮ ਕਰ ਦਿੱਤੇ ਸਨ। ਤੂੰ ਪੀ ਸੰਗ ਸ਼ਮੀਰ ਕੀ ਤਿਆਗ ਹੈ ਨਿਜ ਪ੍ਰਾਨਾ। ਮਹਾਰਾਜ ਕਹਿਣ ਲੱਗੇ ਵੀ ਤੈਂ ਵੀ ਭਾਈ ਸਮੀਰ ਦੇ ਨਾਲ ਹੀ ਆਪਣੇ ਜਿਹੜੇ ਪ੍ਰਾਣ ਤਿਆਗ ਕਰਕੇ ਨਾ ਸਾਡੇ ਚਰਨਾਂ 'ਚ ਪਹੁੰਚ ਜਾਣਾ ਹੈ। ਨਿਕਟ ਹਮਾਰੀ ਪਹੁੰਚ ਕੇ ਕਰ ਬੰਧਨ ਹਾਨਾ। ਜਦੋਂ
ਸਾਡੇ ਚਰਨਾਂ 'ਚ ਪਹੁੰਚ ਗਿਆ। ਆ ਫਿਰ ਜਿਹੜੇ ਤੇਰੇ ਵੱਡੇ ਵੱਡੇ 84 ਦੇ ਗੇੜੇ ਖਤਮ ਹੋ ਜਾਣੇ ਹਨ। ਸੁਨ ਦੋਨ ਹੋ ਆਨੰਦ ਧਰ ਬੰਦ ਹੈ ਪਦ ਕੰਜੰ। ਮਹਾਰਾਜ ਦੇ ਸੁਣ ਕਰਕੇ ਬਚਨ ਦੋਵਾਂ ਦੇ ਮਨ ਦੇ ਵਿੱਚ ਬੜਾ ਆਨੰਦ ਪੈਦਾ ਹੋ ਗਿਆ ਸੀ। ਧੰਨ ਧੰਨ ਸ੍ਰੀ ਸਤਿਗੁਰੂ ਦੁਖ ਦਾਲਦ ਭੰਜੰ। ਬਾਰ-ਬਾਰ ਸਤਿਗੁਰੂ ਜੀ ਨੂੰ ਧੰਨਤਾ ਦੇ ਜੋ ਕਹਿਣ ਲੱਗੇ ਪਏ ਹਨ ਬਿਮਾਰਾਂ ਨੇ। ਉਹ ਮਾੜੀ ਜੀ ਸੇਵਾ ਤੇ ਖੁਸ਼ ਹੋ ਕੇ ਦੇਖ ਲਓ ਸਾਡੇ ਕਿਤਨੇ ਵੱਡੇ ਵੱਡੇ ਭਿਆਨਕ ਜਿਹੜੇ ਕਸ਼ਟ ਹੀ ਨਾਸ ਕਰ ਦਿੱਤੇ ਹਨ। ਹਾਲਤ ਪਲਤ ਇੱਕ ਛਿਨ ਵਿਖੀ ਜਨ ਕੀਰ ਸੁਧਾਰੋ। ਸਤਿਗੁਰੂ ਜੀ ਨੇ ਤਾਂ ਇੱਕ ਛਿਨ ਦੇ ਵਿੱਚ ਹੀ ਸਾਡਾ ਲੋਕ ਪਰਲੋਕ ਹੈ ਦੋਵੇਂ ਹੀ ਬੜੇ ਸ਼ਾਨਦਾਰ ਬਣਾ ਦਿੱਤੇ ਹਨ। ਸਗਲ ਜਗਤ ਹੈ ਮੰਗਤਾ ਤੁਮ ਏਕ ਦਤਾਰੋ। ਹੁਣ ਸਤਿਗੁਰੂ ਜੀ ਦੇ ਚਰਨਾਂ 'ਚੋਂ ਤਾਂ ਹਰ ਵਕਤ ਬੇਅੰਤ ਜਿਹੜੇ ਦੁਨੀਆ ਦੇ ਲੋਕ ਹੱਥ ਜੋੜ ਕਰਕੇ ਬੜੀਆਂ ਦਾਤਾਂ ਮੰਗਦੇ ਰਹਿੰਦੇ ਹਨ। ਦੋਹਰਾ ਬਿਦਤ ਭਏ ਸ੍ਰੀ ਸਤਿਗੁਰੂ ਬਸ ਦੀਨੇ ਕੇ ਗ੍ਰਾਮ। ਜਦੋਂ ਦਸ਼ਮੇਸ਼ ਪਿਤਾ ਨੇ ਕਾਫੀ ਟਾਈਮ ਦਿਨਾਂ ਦੇ ਵਿੱਚ ਰਹਿ ਕਰਕੇ ਬਤੀਤ ਕੀਤਾ, ਹੁਣ ਜਿਹੜੀ ਵਾਰਤਾ ਚਾਰੇ ਪਾਸੇ ਦੂਰ ਦੂਰ ਤੱਕ ਪ੍ਰਗਟ ਹੋ ਗਈ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਸ ਵਕਤ ਦੀਨੇ ਪਿੰਡ ਦੇ ਵਿੱਚ ਰਹਿਣ ਲੱਗ ਪਏ ਹਨ। ਹਿੰਦੂ ਤੁਰਕ ਬਖਾਨਤੀ ਲੈ ਲੈ ਕਰ ਪ੍ਰਭ ਨਾਮ। ਹੁਣ ਚਾਹੇ ਕੋਈ ਹਿੰਦੂ ਹੈ ਚਾਹੇ ਮੁਸਲਮਾਨ ਹੈ, ਤੁਰਕਾਂ ਨੂੰ ਵੀ ਸਤਿਗੁਰੂ ਜੀ ਦੇ ਇੱਥੇ ਰਹਿਣ ਦਾ ਪਤਾ ਲੱਗ ਚੁੱਕਿਆ ਸੀ। ਨਿਸ਼ਾਨੀ ਛੰਦ ਜਿਮ ਤੁਰਕਨ ਕੋ ਸਰਾਪ ਪਾ ਹਿਤ ਰਾਜ ਪ੍ਰਤਾਪਾ। ਜਿਵੇਂ ਜਿਵੇਂ ਦਸ਼ਮੇਸ਼ ਪਿਤਾ ਨੇ ਉਹ ਕਾਹੀ ਦਾ ਬੂਟਾ ਜਿਹੜਾ ਜੜ੍ਹਾਂ ਪੁੱਟ ਗਏ ਵਚਨ ਕਰਤੇ ਵੀ ਹੁਣ ਤੋਂ ਬਾਅਦ ਆ ਮੁਗਲ ਰਾਜ ਦੀਆਂ ਜੜ੍ਹਾਂ ਵੀ ਹਿੰਦੁਸਤਾਨ ਦੇ ਵਿੱਚੋਂ ਸਦਾ ਦੇ ਲਈ ਖਤਮ ਹੋ ਜਾਣੀਆਂ ਹਨ। ਉਜਰੇ ਸ਼ਹਿਰ ਸਰਹੰਦ ਵੱਡ ਭੀ ਜਿਸਮਹਿ ਪਾਪਾ। ਜਿਸ ਗੁਰੂ ਮਾਰੀ ਸਰਹੰਦ ਦੇ ਵਿੱਚ ਇਤਨੇ ਵੱਡੇ ਵੱਡੇ ਜ਼ੁਲਮ ਇਤਨੇ ਵੱਡੇ ਵੱਡੇ ਅਪੱਧਰ ਹੋਏ ਹਨ, ਸਮਾਂ ਪਾ ਕਰਕੇ ਦੀ ਵੀ ਇੱਟ ਦੇ ਨਾਲ ਇੱਟ ਖੜਕ ਜਾਣੀ ਹੈ। ਸੀਤਲਪੁਰੀ ਮਹੰਤ ਇੱਕ ਬਹੁ ਅਜਮਤਵੰਤਾ। ਸਰਹੰਦ ਸ਼ਹਿਰ ਦੇ ਵਿੱਚ ਇੱਕ ਸੀਤਲਪੁਰੀ ਨਾਮ ਦਾ ਜਿਹੜਾ ਮਹਾਤਮਾ ਸੰਨਿਆਸੀ ਮਤ ਦੇ ਵਿੱਚੋਂ ਇਹਨੇ ਕਮਾਈ ਕਰਦਿਆਂ ਬੜੀਆਂ ਕਰਾਮਾਤਾਂ ਸ਼ਕਤੀਆਂ ਵੀ ਪ੍ਰਾਪਤ ਕੀਤੀਆਂ ਹੋਈਆਂ ਸਨ। ਇਹ ਖਬਰ ਇਹ ਸਰਹੰਦ ਸ਼ਹਿਰ ਦੇ ਰਹਿਣ ਵਾਲੇ ਦਿਆਲਪੁਰੀ ਮਹੰਤ ਨੂੰ ਵੀ ਪਤਾ ਲੱਗ ਗਿਆ ਵੀ ਹੋ ਜਾਏ ਜਿਹੜੇ ਪ੍ਰਵਚਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆ ਸਰਹੰਦ ਸ਼ਹਿਰ ਨੂੰ ਕਰ ਦਿੱਤੇ ਹਨ। ਧੀਰਜ ਧਾਰੀ ਸੰਤ ਸ਼ੁਭ ਸਤਨਾਮ ਜਪੰਤਾ। ਜਿਹੜਾ ਹਰ ਵਕਤ ਬੰਦਗੀ ਦੇ ਵਿੱਚ ਭਿੱਜਿਆ ਰਹਿੰਦਾ ਤੇ ਉੱਥੇ ਨੇ ਆਪਣੇ ਮਨ ਦੇ ਅੰਦਰ ਬੜੀ ਧੀਰਜ ਸਤ ਸੰਤੋਖ ਦਇਆ ਧਰਮ ਇਹੋ ਜਿਹੇ ਸ਼ੁਭ ਗੁਣ ਵੀ ਧਾਰਨ ਕੀਤੇ ਹੋਏ ਸਨ। ਚੇਲਾ ਤਿਸੀ ਮਹੰਤ ਕੋ ਇੱਕ ਦਿਆਲਪੁਰੀ ਹੈ। ਅੱਗੇ ਫਿਰ ਇਸ ਮਹੰਤ ਦਾ ਚੇਲਾ ਇੱਕ ਦਿਆਲਪੁਰੀ ਨਾਮ ਕਰਕੇ ਹੋਇਆ ਸੀ। ਅਜਮਤ ਜੁਤ ਬਾਸਾ ਕੀਓ ਸਰਹੰਦਪੁਰੀ ਹੈ। ਹੁਣ ਇਹ ਵੀ ਬੜਾ ਕਰਾਮਾਤ ਸ਼ਕਤੀ ਨੂੰ ਧਾਰਨ ਕਰਦਿਆਂ ਹੋਇਆ ਉਸੇ ਸਰਹੰਦ ਸ਼ਹਿਰ ਦੇ ਵਿੱਚ ਬਸਦਾ ਹੈ। ਸੁਣੀ ਗੁਰੂ ਕੀ ਬਾਰਤਾ ਪੁਰ ਸਰਾਪ ਉਚਾਰਾ। ਇਸ ਵਾਰਤਾ ਦੇ ਬਾਰੇ ਇਸ ਨੂੰ ਵੀ ਅੱਗੇ ਤੋਂ ਅੱਗੇ ਸੰਗਤਾਂ ਤੋਂ ਪਤਾ ਲੱਗ ਚੁੱਕਿਆ ਸੀ ਵੀ ਹੋ ਜਾਏ ਜਿਹੜੇ ਪ੍ਰਵਚਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਇਸ ਸਰਹੰਦ ਸ਼ਹਿਰ ਨੂੰ ਆਪਣੀ ਰਸਨਾ ਤੋਂ ਕਹਿ ਦਿੱਤੇ ਹਨ। ਬੁਰਾ ਬਹੁਤ ਪੁਰ ਕੋ ਭਇਓ ਜੈ ਬਾਸ ਹਮਾਰਾ। ਸੋਧ ਹੈ ਵੀ ਜਿਸ ਸ਼ਹਿਰ ਦੇ ਵਿੱਚ ਮੈਂ ਰਹਿਣ ਵਾਲਾ ਹਾਂ ਇਸ ਦਾ ਤਾਂ ਸਮਾਂ ਪਾ ਕੇ ਬੜਾ ਬੁਰਾ ਹਾਲ ਹੋ ਜਾਣਾ ਤੇ ਜਿਸ ਨੂੰ ਹੁਣ ਸਤਿਗੁਰੂ ਜੀ ਨੇ ਇਹੋ ਜਿਹੇ
ਬਚਨ ਹੀ ਕਰ ਦਿੱਤੇ ਹਨ। ਗੁਰ ਕੋ ਕਹਿਓ ਨਾ ਹਟ ਹੈ ਕੇਮਾ ਸੁਰ ਅਸੁਰਨ ਪਾਸੂ। ਇਹ ਮਾਨਤਾ ਸੋਚਣ ਲੱਗਿਆ ਵੀ ਦਸ਼ਮੇਸ਼ ਪਿਤਾ ਦੇ ਕੀਤੇ ਹੋਏ ਬਚਨ ਨਾ ਕੋਈ ਦੇਵਤਾ ਨਾ ਕੋਈ ਮਨੁੱਖ ਨਾ ਕੋਈ ਦੈਂਤ ਕਦੇ ਵੀ ਤਿੰਨੇ ਕਾਲਾਂ 'ਚ ਮੋੜ ਨਹੀਂ ਸਕਦਾ। ਜਿਹੜੇ ਗਮੀ ਬਚਨ ਉਹ ਤਾਂ ਇੱਕ ਦਿਨ ਪੂਰੇ ਹੋ ਕਰਕੇ ਹੀ ਰਹਿਣੇ ਹਨ। ਨਰ ਬਪਰੇ ਕੀ ਸ਼ਕਤ ਕਿਆ ਕਹਿ ਮੋਰ ਹੈ ਤਾਸੂ। ਜਿਹੜੇ ਆਮ ਪ੍ਰਾਣੀ ਉਹਨਾਂ ਦੀ ਤਾਂ ਤਾਕਤ ਕੀ ਹੈ ਵੀ ਜੋ ਸਤਿਗੁਰੂ ਜੀ ਦੇ ਬਚਨਾਂ ਨੂੰ ਮੋੜ ਸਕਦੇ ਹਨ। ਕਿਮ ਕਰਹੂੰ ਮੈਂ ਪੁਰ ਭਲੋ ਜਹ ਖਾਨ ਰੋਪਾਨੀ। ਇਹ ਸੋਚਦਾ ਵੀ ਮੈਂ ਇਸ ਸ਼ਹਿਰ ਦੇ ਵਿੱਚ ਰਹਿ ਕਰਕੇ ਨਾ ਆਪਣੇ ਮਰੀਦਾਂ ਔਰ ਸੇਵਕਾਂ ਦਾ ਹੁਣ ਤੱਕ ਲੋਨ ਖਾਂਦਾ ਰਿਹਾ। ਹੁਣ ਮੇਰਾ ਵੀ ਫਰਜ਼ ਬਣਦਾ ਹੈ ਵੀ ਕਿਵੇਂ ਨਾ ਕਿਵੇਂ ਇਹਨਾਂ ਦਾ ਭਲਾ ਹੋ ਜਾਏ। ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਇਸ ਮਹੰਤ ਦੇ ਮਨ ਦੇ ਅੰਦਰ ਪੈਦਾ ਹੋ ਗਈਆਂ ਸੀ। ਕਰੋ ਬਿਨੈ ਪ੍ਰਭ ਅਗਰ ਜੀ ਸੁਨ ਲਿਹੇ ਜੇ ਮਾਨੀ। ਵੀ ਜੈ ਤਾਂ ਸਤਿਗੁਰੂ ਜੀ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਤੇ ਤਾਂ ਸ਼ਾਇਦ ਫਿਰ ਇਹਨਾਂ ਲੋਕਾਂ ਦਾ ਮਾੜਾ ਮੋਟਾ ਜ਼ਰੂਰ ਭਲਾ ਹੋ ਸਕਦਾ ਹੈ। ਇਮ ਵਿਚਾਰ ਕਰ ਚੱਲ ਪਰਿਓ ਸੁਨ ਕਰ ਗੁਰ ਦੀਨੇ। ਜਦੋਂ ਖਬਰ ਮਿਲ ਗਈ ਵੀ ਇਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੀਨੇ ਪਿੰਡ ਦੇ ਵਿੱਚ ਆਪਣੇ ਡੇਰੇ ਲਗਾਏ ਹੋਏ ਹਨ। ਗਮਨਿਓ ਪੰਥ ਉਲੰਘ ਕਰ ਪਹੁੰਚਿਓ ਚਿਤ ਚੀਨੇ। ਇਹ ਵੀ ਬੜੀਆਂ ਲੰਮੀਆਂ ਮਜ਼ਲਾਂ ਕਰਦਾ ਹੋਇਆ ਜਦੋਂ ਦੀਨੇ ਨਗਰ ਦੇ ਵਿੱਚ ਪਹੁੰਚ ਗਿਆ। ਬੂਝਿਓ ਜਾਏ ਸ਼ਮੀਰ ਕੋ ਤਿਨ ਪੁੱਛ ਪਹੁੰਚਾਇਓ। ਫਿਰ ਜਾ ਕਰਕੇ ਇਹਨੇ ਭਾਈ ਸਮੀਰ ਦੇ ਪਾਸ ਬੇਨਤੀ ਕੀਤੀ ਵੀ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਹਨ। ਹਾਥ ਜੋਰ ਜੁਤ ਪ੍ਰੇਮ ਕੀ ਪਗ ਸੀਸ ਨਿਵਾਇਓ। ਜਦੋਂ ਇਹਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਪਾਸ ਪਹੁੰਚ ਕਰਕੇ ਬੜੀ ਨਿਮਰਤਾ ਦੇ ਨਾਲ ਆਪਣਾ ਜਿਹੜਾ ਸਿਰ ਸਤਿਗੁਰੂ ਜੀ ਦੇ ਚਰਨਾਂ ਤੇ ਰੱਖ ਦਿੱਤਾ ਸੀ। ਭੁਜੰਗ ਛੰਦ ਨਮੋ ਪਾਦ ਕੰਜੰ ਗੁਰੂ ਰੂਪ ਸੋਹੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਆਪ ਦਾ ਉਸ ਨਿਰਗੁਣ ਪਰਮਾਤਮਾ ਦਾ ਰੂਪ ਬਾਰ-ਬਾਰ ਮੈਂ ਆਪਦੇ ਚਰਨਾਂ ਤੇ ਨਮਸਕਾਰ ਕਰਦਾ। ਧਰਿਓ ਈਸ਼ ਅਵਤਾਰ ਕੋ ਲੋਕ ਮੋਹੀ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਗ ਔਰ ਨ ਜਾਏ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨ ਕੈ ਦੁਖ ਕੋਟਕ ਦੂਰ ਕੀਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪद्धਤ ਤੇ ਮਤ ਚੂਕੈ ਰੇ ਮਨ ਭੇਦ ਬਫੇਦ ਨ ਜਾਣ ਬੀਓ ਪ੍ਰਤਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਈ ਮਹਾਰਾਜ ਆਪਣੇ ਤਾਂ ਜੀਵਾਂ ਦੇ ਭਲੇ ਵਾਸਤੇ ਇੱਕ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕੀਤਾ ਹੋਇਆ। ਨਹੀਂ ਜਾਣ ਸਕੈ ਪ੍ਰਭੂ ਰੂਪ ਤੇਰੋ। ਪਰ ਜਿਹੜੇ ਆਮ ਦੁਨਿਆਵੀ ਜੀਵ ਉਹ ਆਪ ਦੀ ਹੋਣ ਮਹਿਮਾ ਨੂੰ ਕਿਵੇਂ ਜਾਣ ਸਕਦੇ ਹਨ। ਸਦਾ ਜੈ ਕਿਰਪਾ ਧਾਰ ਜੀਰੋ। ਸੱਚੇ ਪਾਤਸ਼ਾਹ ਵੀ ਜਿਹਦੇ ਉੱਪਰ ਨਾ ਆਪ ਦੀ ਕਿਰਪਾ ਹੋਗੀ ਉਹਦੀ ਵੀ ਫਿਰ ਦੁਨੀਆ ਦੇ ਅੰਦਰ ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਕੋਈ ਚਾਰੇ ਪਾਸੇ ਪਬਲਿਕ ਦੇ ਅੰਦਰ ਉਹਦੀ ਵੀ ਫਿਰ ਜੈ ਜੈਕਾਰ ਹੋਣ ਲੱਗ ਪੈਂਦੀ ਹੈ। ਪੁਰਾ ਰੂਪ ਬੇਦੀਨ ਕੇ ਬੰਸ ਹੋਈ। ਪਹਿਲਾਂ ਆਪ ਨੇ ਦੁਖਿਆਰੇ ਜੀਵਾਂ ਦੀਆਂ ਪੁਕਾਰਾਂ ਸੁਣ ਕੇ ਬੈਦੀ ਵਨ ਦੇ ਵਿੱਚ ਅਵਤਾਰ ਧਾਰਨ ਕੀਤਾ ਸੀ। ਸੁਣੇ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਏ ਪਠਾਇਆ ਚਰਨ ਤੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾ ਪੀ ਲਾਇਆ। ਪਹਿਲੇ ਆਪ ਨੇ ਦੋ ਦੁਖਿਆਰੇ ਜੀਵਾਂ ਦੀਆਂ ਸੁਣ ਕਰਕੇ ਫਰਿਆਦਾ ਫਿਰ ਬੇਦੀਵਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਆਈ
ਰੂਪ ਧਾਰਨ ਕੀਤਾ ਸੀ। ਗੁਰੂ ਨਾਨਕੰ ਆਦਿ ਭੀ ਲੋਕ ਜੋਈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਪਤਾ ਨੇ ਕਿਤਨੇ ਜੀਵਾਂ ਦਾ ਉਧਾਰ ਕੀਤਾ। ਜਿਵੇਂ ਇਹ ਕਹਾਵਤ ਆਪਾਂ ਸਾਰੇ ਆਮ ਤਕਰੀਬਨ ਸੁਣਦੇ ਹੀ ਰਹਿੰਦੇ ਆ ਕੰਨਾਂ ਦੇ ਨਾਲ, ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ। ਕਹਿੰਦੇ ਕੋਈ ਬੜਾ ਤੇਜ ਦਿਮਾਗ ਵਾਲਾ ਸਾਇੰਸਦਾਨ ਜਿਹੜੇ ਨੇ ਤਾਰੇ ਗਨੇ ਜਾਤ ਹੈ, ਆਕਾਸ਼ ਦੇ ਤਾਰਿਆਂ ਦੀ ਗਿਣਤੀ ਤਾਂ ਜ਼ਰੂਰ ਕਰ ਲੂ ਵੀ ਇਹ ਗੱਲ ਸੰਭਵ ਹੋ ਸਕਦੀ ਹੈ, ਨਾ ਤਾਰੇ ਗਨੇ ਜਾਤ ਹੈ। ਪਰ ਜਿਤਨੇ ਅਦਮ ਜੀਵਾਂ ਦਾ ਉਧਾਰ ਗੁਰੂ ਬਾਬਾ ਜੀ ਨੇ ਕੀਤਾ, ਉਹਨਾਂ ਦੀ ਕੋਈ ਵੀ ਗਿਣਤੀ ਨਹੀਂ ਕਰ ਸਕਿਆ, ਨਾ ਕਿਸੇ ਨੇ ਕਰਨੀ ਹੈ। ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ। ਸੱਚੇ ਪਾਤਸ਼ਾਹ ਵੀ ਆਪ ਨੇ ਵੀ ਆ ਫਿਰ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਹੁਣ ਜਿਹੜਾ 10ਵਾਂ ਜਾਮਾ ਧਾਰਨ ਕੀਤਾ ਹੋਇਆ। ਦਸੋਂ ਦੇਹ ਸੋਈ ਮਹਾਰਾਜ ਧਾਰੀ। ਸੱਚੇ ਪਾਤਸ਼ਾਹ ਵੀ ਇੱਕੋ ਹੀ ਜੋਤ ਨੇ। ਆ ਜਿਹੜੇ ਸਰੀਰਾਂ ਰੂਪੀ 10 ਜਾਮੇ ਬਦਲ ਬਦਲ ਕੇ ਧਾਰਨ ਕੀਤੇ ਹਨ। ਉਧਾਰੀ ਘਨੇ ਕੋ ਗਨੇ ਪੁੰਜ ਤਾਰੀ। ਹੁਣ ਜਿਨ੍ਹਾਂ ਜੀਵਾਂ ਦੀ ਹੋਈ ਕਲਿਆਣ, ਉਹਨਾਂ ਨੂੰ ਤਾਂ ਫਿਰ ਕੋਈ ਗਿਣ ਨਹੀਂ ਨਾ ਸਕਦਾ ਹੈ। ਕਰਿਓ ਪੰਥ ਬੀਰਾਨ ਕੋ ਸਿੰਘ ਹੋਈ। ਔਰ 10ਵੇਂ ਸਰੂਪ ਦੇ ਵਿੱਚ ਆਪਨੇ ਫਿਰ ਇਹੋ ਜਿਹਾ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਪਾ ਕਰਕੇ ਆਪ ਤੀਸਰਾ ਖਾਲਸਾ ਪੰਥ ਸਾਜਣਾ ਕੀਤਾ ਹੈ। ਉਹ ਗੋਬਿੰਦ ਹੋਏ ਪ੍ਰਗਟਿਆ 10ਵਾਂ ਅਵਤਾਰਾ, ਜਨ ਅਲਖ ਅਪਾਰ ਨਿਰੰਜਨਾ, ਜਪਿਓ ਨਿਰੰਕਾਰਾ, ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ। ਆ ਤੀਸਰਾ ਖਾਲਸਾ ਪੰਥ ਆਪਨੇ ਸਾਜਿਆ ਹੈ। ਮਹਾ ਪਾਪ ਕਾਰੀਨ ਕੇ ਮੂਲ ਖੋਈ। ਕਾਹਦੇ ਵਾਸਤੇ? ਆ ਜਿਹੜੇ ਧਰਤੀ ਦੇ ਉੱਪਰ ਚਾਰੇ ਪਾਸੇ ਪੜੇ ਜ਼ਾਲਮ ਦੁਸ਼ਟ ਪਾਪੀ ਲੋਕ ਵੱਧ ਚੁੱਕੇ ਹਨ, ਉਹਨਾਂ ਦਾ ਨਾਸ਼ ਕਰਨ ਦੇ ਲਈ ਆਪ ਨੇ ਅਵਤਾਰ ਧਾਰਨ ਕੀਤਾ ਹੈ। ਸਕੀ ਸੰਗ ਸਕਾਛੰ ਸਦਾ ਸ਼ਸਤਰ ਧਾਰੀ। ਇਹੋ ਜੀ ਸੁੰਦਰ ਰਹਿਣੀ ਬਹਿਣੀ ਆਪਣੇ ਖਾਲਸੇ ਨੂੰ ਧਾਰਨ ਕਰਵਾਈ ਹੈ। ਜਪੈ ਨਾਮ ਕੋ ਤੇਜ ਦੀਨੋ ਸੋ ਭਾਰੀ। ਵੀ ਜਿਨ੍ਹਾਂ ਨੇ ਆਪ ਦਾ ਜਪਿਆ ਨਾਮ, ਉਹਨਾਂ ਨੂੰ ਬੜਾ ਤੇਜ ਪ੍ਰਤਾਪ ਵੀ ਪ੍ਰਾਪਤ ਹੋਇਆ ਸੀ। ਨਹੀਂ ਪੰਥ ਐਸੋ ਕਵੈ ਅਗਰ ਹੋਇਓ। ਪਹਿਲੇ ਜੁਗੰਤਰਾਂ 'ਚ ਇਹੋ ਜਿਹਾ ਖਾਲਸਾ ਪੰਥ ਦੇ ਸਮਾਨ ਕਿਸੇ ਵੀ ਪੀਰ ਪੈਗੰਬਰ ਔਲੀ ਅਵਤਾਰ ਨੇ ਕੋਈ ਵੀ ਆਪਣਾ ਜਿਹੜਾ ਪੰਥ ਨਹੀਂ ਪੈਦਾ ਕੀਤਾ ਹੈ। ਦੋਹੋਂ ਲੋਕ ਮਹਿ ਸ਼ੋਕ ਦਾਸਾਨ ਖੋਇਓ। ਆਪ ਨੇ ਤਾਂ ਸੇਵਕਾਂ ਦੇ ਦਾਸਾਂ ਦੇ ਜਿਹੜੇ ਦੋਵੇਂ ਲੋਕਾਂ ਦੇ ਸ਼ੌਕ ਦੁੱਖ ਹੀ ਨਾਸ਼ ਕਰ ਦਿੱਤੇ ਹਨ। ਮਹਾ ਤੇਜ ਧਾਰੀ ਮਹਾ ਓਜਵੰਤੀ। ਸੱਚੇ ਪਾਤਸ਼ਾਹ ਵੀ ਆਪ ਨੇ ਖਾਲਸੇ ਦੇ ਅੰਦਰ ਵੀ ਬੜੀਆਂ ਜਿਹੜੀਆਂ ਤਾਕਤਾਂ ਬੜੀਆਂ ਸ਼ਕਤੀਆਂ ਭਰੀਆਂ ਹੋਈਆਂ ਹਨ। ਮਹਾ ਕਾਜਕਾਰੀ ਮਹਾ ਸ਼ਸਤਰ ਹੰਤੀ। ਤੇ ਜਿਹੜੇ ਲੈ ਕਰਕੇ ਸ਼ਾਸਤਰ ਹਰ ਵਕਤ ਧਰਮ ਦੀ ਰੱਖਿਆ ਕਰਨ ਵਾਸਤੇ ਵੱਡੇ ਵੱਡੇ ਭਿਆਨਕ ਯੁੱਧ ਕਰਨ ਦੇ ਲਈ ਤਿਆਰ ਰਹਿੰਦੇ ਹਨ। ਅਰੈ ਕੌਣ ਆਗੈ ਤਿਹੋਂ ਲੋਕ ਮਾਹੀ। ਸੱਚੇ ਪਾਤਸ਼ਾਹ ਵੀ ਤਿੰਨੇ ਲੋਕਾਂ 'ਚ ਆਪ ਦੇ ਅੱਗੇ ਕੋਈ ਵੀ ਇਹੋ ਜਿਹਾ ਬਲ ਜ਼ੋਰ ਧਾਰਨ ਕਰਕੇ ਅੜ ਨਹੀਂ ਸਕੇਗਾ। ਰਖੋ ਦਾਸ ਲਾਜੈ ਮਿਟੈ ਦੁੰਦ ਜਾਹੀ। ਪਰ ਜਿਸ ਦੀ ਆਪ ਨੇ ਇੱਜ਼ਤ ਆਬਰੋ ਰੱਖ ਲਈ ਦੁੰਦ, ਉਹਨਾਂ ਦੇ ਦਾ ਵੇਰਾ ਜਿਹੜੇ ਦੁੰਦ ਦੁਖੀ ਆਪ ਜੀ ਨੇ ਸਦਾ ਦੇ ਲਈ ਜੜ ਤੋਂ ਵੱਢ ਦਿੱਤੇ ਹਨ। ਮਹਾ ਮਾਰ ਮੋਹੰ ਅਹੋ ਪੰਕ ਰਾਜੰ। ਸੱਚੇ ਪਾਤਸ਼ਾਹ ਵੀ ਆਪ ਆ ਜਿਹੜਾ ਮੋਹ ਹੈ ਸੱਪ ਦੇ ਸਮਾਨ, ਇਹਨੂੰ ਨਾਸ਼ ਕਰਨ ਦੇ ਲਈ ਆਪ ਨੇ ਗਰੜ ਦੇ ਵੱਤ
ਰੂਪ ਧਾਰਨ ਕੀਤਾ ਹੋਇਆ। ਸਦਾ ਜੈ ਸਰੀਆ ਸਾਜੰ। ਐ ਮੁਕਤੀ ਦਾਤੇ ਸੱਚਾ ਪਾਤਸ਼ਾਹ ਆਪ ਦੀ ਤਾਂ ਤਿੰਨੇ ਲੋਕਾਂ 'ਚ ਸਦਾ ਵਾਸਤੇ ਇਸੇ ਤਰ੍ਹਾਂ ਜੈ ਜੈਕਾਰ ਹੁੰਦੀ ਰਹਿਣੀ ਹੈ। ਛਕੀ ਛੈਲ ਛਾਜੀ ਛਵੰ ਛੇਤਰ ਛਤਰੀ। ਕਿਹੋ ਜੈ ਸੋਹਣੇ ਖਾਲਸੇ ਆਪ ਜੀ ਨੇ ਪੈਦਾ ਕੀਤੇ ਹਨ। ਛਮਾ ਛੇਮ ਛੋਨੀ ਛੁਬੈ ਛੋਭ ਯਤਰੀ। ਮਹਾਰਾਜ ਫਿਰ ਵੀ ਆਪ ਨੇ ਇਹ ਧਰਤੀ ਦੇ ਸਮਾਨ ਮਨ ਦੇ ਅੰਦਰ ਧੀਰਜ ਵੀ ਧਾਰਨ ਕੀਤੀ ਹੋਈ। ਐਸਾ ਨਹੀਂ ਜੇ ਸਤਿਗੁਰੂ ਜੀ ਚਾਹਣ ਆ ਜਿਹੜੀਆਂ ਤੁਰਕਾਂ ਮੁਗਲਾਂ ਪਠਾਣਿਆਂ ਦੀਆਂ ਫੌਜਾਂ ਇਹਨੂੰ ਤਾਂ ਫਿਰ ਮਹਾਰਾਜ ਇਹ ਫੂਕ ਮਾਰ ਕੇ ਹੀ ਉਡਾ ਸਕਦੇ ਸੀ। ਪਰ ਫਿਰ ਵੀ ਆ ਜਿਵੇਂ ਬ੍ਰਹਮਗਾਨੀ ਕਹੇ ਧੀਰਜ ਏਕ ਜਾਂ ਬਸਦਾ ਕੋ ਖੋਦਾ ਕੋ ਚੰਦਨ ਲੈ ਹਿਰਦੇ ਦੇ ਅੰਦਰ ਬੜਾ ਧੀਰਜ ਧਾਰਨ ਕੀਤਾ ਹੋਇਆ ਹੈ। ਨਿਸ਼ਾਨੀ ਛੰਦ ਬਿਨੈ ਪ੍ਰਸ਼ੰਸਾ ਸਾਧਤੀ ਸੁਨ ਹਸੀ ਕਿਰਪਾਲਾ। ਜਦੋਂ ਐਸ ਫਕੀਰ ਨੇ ਸਾਧ ਨੇ ਆ ਕਰਕੇ ਮਹਾਰਾਜ ਦੀ ਵਡਿਆਈ ਕੀਤੀ ਸੁਣ ਕਰਕੇ ਸਤਿਗੁਰੂ ਜੀ ਬੜੇ ਹੱਸਣ ਲੱਗ ਪਏ ਸਨ। ਦਿਆਲਪੁਰੀ ਕਹੋ ਕਾਜ ਕਿਆ ਚੱਲ ਆਏ ਉਤਾਲਾ। ਆ ਸਮੇਂ ਮਹਾਰਾਜ ਹੱਸ ਕੇ ਪੁੱਛਣ ਲੱਗੇ ਦਿਆਲਪੁਰੀ ਜੀ ਵੀ ਤੈਨੂੰ ਇਹੋ ਜਿਹਾ ਕਿਹੜਾ ਕੰਮ ਪੈ ਗਿਆ ਸਾਡੇ ਤਾਈਂ? ਕਿਤਨਾ ਵੱਡਾ ਲੰਬਾ ਤੈਂ ਪੈਂਡਾ ਤੈਅ ਕੀਤਾ ਹੈ। ਪਹੁੰਚਿਓ ਜੰਗਲ ਦੀਸ਼ ਮਹਿ ਤਜ ਕਰ ਘਰ ਬਾਰ। ਦੇਖ ਤੂੰ ਆਪਣੇ ਕਾਰੋਬਾਰ ਨੂੰ ਛੱਡ ਕਰਕੇ ਪਤਾ ਨਹੀਂ ਕਿਵੇਂ ਪੱਗ ਡੰਡੀਆਂ ਰਾਈਆਂ ਜੰਗਲ ਦੇ ਇਲਾਕੇ 'ਚ ਸਾਡੇ ਪਾਸ ਪਹੁੰਚ ਗਿਆ ਹੈ। ਕਹਾਂ ਕਾਮ ਨਾ ਉਰ ਭਈ ਕਿਆ ਮਤੋ ਵਿਚਾਰਾ। ਸਤਿਗੁਰੂ ਜੀ ਕਹਿਣ ਲੱਗੇ ਮਹਾਂਪੁਰਖੋ ਦੱਸੋ ਵੀ ਤੁਹਾਡੇ ਮਨ ਦੇ ਵਿੱਚ ਕਿਹੜੀ ਇਹੋ ਜੀ ਕਾਮਨਾ ਪੈਦਾ ਹੋ ਗਈ ਹੈ। ਸੰਤ ਸਾਧ ਬੋਲਿਓ ਬਿਨੈ ਜਹ ਭਾਤ ਪਾਪਾ। ਕਹਿ ਲੱਗਿਆ ਸੱਚੇ ਪਾਤਸ਼ਾਹ ਗਰੀਬਾਂ ਨਿਵਾਸ ਜਿਸ ਗੁਰੂ ਮਾਰੀ ਸਰਾਂ ਦੇ ਵਿੱਚ ਕਿਤਨੇ ਘੋਰ ਵੱਡੇ ਵੱਡੇ ਜ਼ੁਲਮ ਹੋ ਚੁੱਕਿਆ ਨੂੰ ਉਹਨਾਂ ਨੂੰ ਮੈਂ ਕੋਈ ਆਪਣੀ ਜ਼ਬਾਨ ਦੇ ਨਾਲ ਕਹਿ ਨਹੀਂ ਸਕਦਾ ਹਾਂ। ਸਾਹਿਬ ਜਾਦੀ ਹਤ ਕਰੀ ਤਿਸ ਕੋ ਤੁਮ ਸਰਾਪਾ। ਮਹਾਰਾਜ ਜਿੱਥੇ ਆਪ ਦੇ ਸਾਹਿਬਜ਼ਾਦਿਆਂ ਨੇ ਕਿਤਨੀਆਂ ਵੱਡੀਆਂ ਵੱਡੀਆਂ ਮਹਾਨ ਸ਼ਹਾਦਤਾਂ ਧਰਮ ਦੇ ਬਦਲੇ ਦਿੱਤੀਆਂ ਹਨ। ਤਹਾਂ ਬਾਸ ਮੇਰੋ ਇਹ ਸਿੱਖ ਸੇਵਕ ਕੇਈ। ਇਹ ਦਿਆਲਪੁਰੀ ਕਹਿਣ ਲੱਗਿਆ ਸੱਚਾ ਪਾਤਸ਼ਾਹ ਵੀ ਰਹਿੰਦਾ ਤਾਂ ਮੈਂ ਵੀ ਉਸੇ ਸਰਹੰਦ ਸ਼ਹਿਰ ਦੇ ਵਿੱਚ ਹੀ ਹਾਂ ਵੀ ਜਿੱਥੇ ਇਹੋ ਜਿਹੇ ਬਹੁਤ ਵੱਡੇ ਵੱਡੇ ਘੋਰ ਜ਼ੁਲਮ ਔਰ ਉਪਦਰਵ ਹੋ ਚੁੱਕੇ ਹਨ। ਸੁਨਿਓ ਆਪ ਕੀ ਸਰਾਪ ਕੋ ਧਰ ਕਰ ਡਰਤੀ। ਜਦੋਂ ਮੈਨੂੰ ਆਪ ਦੇ ਸ਼ਰਾਬ ਦੇ ਵਚਨਾਂ ਬਾਰੇ ਪਤਾ ਲੱਗਿਆ ਮੇਰੇ ਹਿਰਦੇ ਅੰਦਰ ਵੀ ਮਹਾਰਾਜ ਬੜਾ ਡਰ ਬੜਾ ਭੈ ਪੈਦਾ ਹੋ ਗਿਆ। ਉੱਥੇ ਬਹੁਤ ਸਾਰੇ ਮੇਰੇ ਸੇਵਕ ਦਾਸ ਉਹ ਵੀ ਡੇਰੇ ਦੇ ਨਾਲ ਹੀ ਬਸਣ ਵਾਲੇ ਹਨ। ਮਿਲ ਆਈ ਮੁਝ ਪਾਸ ਬਹੁ ਤਿਨਹੂ ਕੋ ਪ੍ਰੇਰਾ। ਗਰੀਬਾਂ ਨਿਵਾਸ ਸੱਚੇ ਪਾਤਸ਼ਾਹ ਵੀ ਜਦੋਂ ਉਹਨਾਂ ਮੇਰੇ ਸੇਵਕਾਂ ਦਾਸਾਂ ਨੂੰ ਇਹ ਆਪ ਜੀ ਦੇ ਸ਼ਰਾਬ ਦੇ ਬਚਨਾਂ ਦੇ ਬਾਰੇ ਪਤਾ ਲੱਗਿਆ ਸੀ ਬਖਸ਼ਾਵਨ ਹਿਤ ਸਭ ਕਹਿਓ ਤਜ ਆਇਓ ਡੇਰਾ। ਉਹ ਵਿਚਾਰੇ ਇਕੱਠੇ ਹੋ ਕਰਕੇ ਮੇਰੇ ਕੋਲ ਆ ਗਏ ਵੀ ਤੁਸੀਂ ਜਾ ਕਰਕੇ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਆਪਣੇ ਵੱਲੋਂ ਆ ਸਾਰੀਆਂ ਸੰਗਤਾਂ ਦੇ ਭਲੇ ਦੇ ਲਈ ਬੇਨਤੀ ਕਰ ਸਕਦੇ ਹੋ। ਸ਼ਰਨ ਪਰਿਓ ਮੈਂ ਆਨ ਕਰ ਬਹੁ ਨਰਨ ਸਮੇਤਾ। ਮਹਾਰਾਜ ਔਰ ਬਹੁਤ ਸਾਰੇ ਜਿਹੜੇ ਪ੍ਰੇਮੀ ਉਹ ਵੀ ਮੇਰੇ ਨਾਲ ਹੀ ਚੱਲ ਕਰਕੇ ਆਏ ਹਨ। ਕਿਰਪਾ ਕਰੋ ਉਚਰੋ ਤਥਾ ਜਿਮ ਰਹਿ ਨਿਕੀਤਾ। ਸੱਚੇ ਪਾਤਸ਼ਾਹ ਵੀ ਮੈਂ ਵੀ ਆਪਣੇ ਉਸ ਛੋਟੇ ਜਿਹੇ ਤਕੀਏ ਨੂੰ ਡੇਰੇ ਨੂੰ ਇਹਨਾਂ ਆਪ ਦੇ ਬਚਨਾਂ ਤੋਂ ਬਚਾਉਣਾ ਚਾਹੁੰਦਾ ਹਾਂ। ਸੁਨੇ ਨਮਰ ਬਚ ਸਾਧ ਕੀ ਕਰ ਕਿਰਪਾ ਬਖਾਨਾ। ਜਦੋਂ ਦਸ਼ਮੇਸ਼ ਪਿਤਾ ਨੇ ਬੜੇ ਇਸ ਦੇ ਜਿਹੜੇ ਨਿਮਰਤਾ
ਗਰੀਬੀ ਵਾਲੇ ਬਚਨ ਸੁਣੇ ਸੀ। ਮਿਲਿਓ ਆਨ ਬਖਸ਼ੋ ਤੁਝੈ, ਪਹੁੰਚਿਓ ਨਿਜ ਥਾਨਾ। ਮਹਾਰਾਜ ਕਹਿਣ ਲੱਗੇ ਚੰਗਾ ਹੋਇਆ ਦਿਆਲਪੁਰੀ ਜੀ, ਤੁਸੀਂ ਹੁਣ ਸਾਡੇ ਪਾਸ ਆ ਕਰਕੇ ਮਿਲ ਪਏ ਹੋ। ਚੜ ਕੋਠੀ ਪਰ ਖੜੀ ਹੋਈ, ਲੀ ਸੰਖ ਬਜਾਵੋ। ਵੀ ਹੁਣ ਤੂੰ ਵਾਪਸ ਜਾ ਕਰਕੇ ਨਾ ਆਪਣੇ ਕੋਠੇ ਤੇ ਬੜੀ ਉੱਚੀ ਧੁਨੀ ਦੇ ਨਾਲ ਸ਼ੰਖ ਵਜਾ ਦੇਣਾ ਹੈ। ਜਹ ਜਹ ਤੇਰੀ ਸੇਵਕੀ, ਤਹ ਤਿਨੈ ਸੁਨਾਵੋ। ਜਿੱਥੇ ਜਿੱਥੇ ਚੱਕਣਾ ਸਰਹੰਦ ਸ਼ਹਿਰ 'ਚ ਆ ਤੇਰੀ ਸਿੱਖੀ ਸਾਹਿਬ ਕੀ ਬਸਦੀ ਹੈ, ਸ਼ੰਖ ਵਜਾ ਕੇ ਉਹਦੀ ਆਵਾਜ਼ ਤੈਂ ਸਾਰਿਆਂ ਨੂੰ ਸੁਣਾ ਦੇਣੀ ਹੈ। ਜਹ ਜਹ ਪਹੁੰਚੈ ਸੰਖ ਧੁਨ, ਤਹ ਤਹ ਰਹਿ ਬਾਸਾ। ਸਤਿਗੁਰੂ ਜੀ ਕਹਿੰਦੇ ਨੇ ਦਿਆਲੋ ਕਿਰਪਾਲੂ ਮੇਰਾ ਦੇ ਦਾਤੇ, ਕਹਿ ਲੱਗੇ ਵੀ ਦੇਖ ਜਿੱਥੇ ਜਾ ਤੱਕ ਤੇਰੇ ਸ਼ੰਖ ਦੀ ਆਵਾਜ਼ ਪਹੁੰਚੂ ਉੱਥੇ ਤੱਕ ਫਿਰ ਉਹ ਜਿਹੜਾ ਇਲਾਕਾ ਉਹ ਸ਼ਹਿਰ ਉਸੇ ਤਰ੍ਹਾਂ ਹੀ ਬਸਦਾ ਰਹੇਗਾ। ਅਪਰ ਪੁਰੀ ਪੇਟਕਨ ਕਰੀ, ਹੋਏ ਸ਼ਿਗਰ ਬਿਨਾਸਾ। ਹੁਣ ਹੋਰ ਤਾਂ ਸਾਰਾ ਇਤਨਾ ਜਿਹੜਾ ਘੁੱਗ ਵੱਜਦਾ ਹੋਇਆ ਸਰਹੰਦ ਸ਼ਹਿਰ ਇਹ ਹੁਣ ਫਿੱਟਿਆ ਗਿਆ ਹੈ। ਗਹਿਰੀ ਨੀਵ ਨਿਕੇਤ ਵੱਡ, ਸਭ ਖਾਕ ਮਿਲੇਂਗੀ। ਜਿਹੜੀਆਂ ਗੜੀਆਂ ਦੀਆਂ ਤੁਰਕਾਂ ਮੁਗਲਾਂ ਪਠਾਣਾ ਨੇ ਨਾ ਬਹੁਤ ਡੂੰਘੀਆਂ ਡੂੰਘੀਆਂ ਆਪਣੀਆਂ ਨੀਹਾਂ ਬਣਾਈਆਂ ਹੋਈਆਂ ਹਨ। ਮੇਰੇ ਖਾਲਸੇ ਨੇ ਸੰਭਾ ਪਾ ਕਰਕੇ ਉਹ ਜਿਹੜੀਆਂ ਇੱਟਾਂ ਦੇ ਲਾ ਫਿਰ ਸਤਲੁਜ ਲੋ ਜਾਂ ਦਰਿਆ ਦੇ ਵਿੱਚ ਜਾ ਕਰ ਗਏ ਸੱਟਣੀਆਂ ਹਨ। ਨਰ ਨਾਰੀ ਪਿੰਟੈ ਕਨੇ, ਦੁਖ ਪਾਏ ਰੁਲੇਂਗੀ। ਉਹ ਸਮੇਂ ਸਰਹੰਦ ਸ਼ਹਿਰ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਉੱਪਰ ਬਹੁਤ ਵੱਡਾ ਇੱਕ ਕਹਿਰ ਗੁਜ਼ਰਨ ਵਾਲਾ ਹੈ। ਜਹ ਬਾਜ਼ਾਰ ਤਹ ਹਲ ਫਿਰੈ, ਮਮ ਪੰਥ ਉਜਾਰੈ। ਆ ਜਿੱਥੇ ਨਾ ਅੱਜ ਵੱਡੇ ਵੱਡੇ ਬਾਜ਼ਾਰ ਬਣੇ ਹੋਏ ਨੇ ਤੁਰਕਾਂ ਮੁਗਲਾਂ ਪਠਾਣਾਂ ਦੇ, ਉੱਥੇ ਵੇਰਾ ਕਰਕੇ ਮੇਰੇ ਯੋਧੇ ਸੂਰਮਿਆਂ ਨੇ ਇਹ ਜਿਹੜੇ ਹਲ ਚਲਾ ਦੇਣੇ ਹਨ। ਤੁਰਕ ਤੁਰਤ ਤੁਰਕ ਕੋ ਗਰਕ ਕਰ, ਲੂਟੈ ਅਰ ਮਾਰੈ। ਜਿਹੜੇ ਅਮੀਰ ਤਨਾੜ ਤੁਰਕ ਇਸ ਸ਼ਹਿਰ ਦੇ ਵਿੱਚ ਬਸਣ ਵਾਲੇ ਉਹਨਾਂ ਦੇ ਤਾਂ ਸਾਰੇ ਜਿਹੜੇ ਘਰ ਘਾਟ ਉਜੜ ਜਾਣੇ ਹਨ। ਰਹਿ ਚਿੰਨ ਕਿਤ ਕਿਤ ਪਰੀ, ਨਹਿ ਸਦਨ ਦਿਖਾਂਗੀ। ਆ ਜਿਹੜੀਆਂ ਵੱਡੀਆਂ ਵੱਡੀਆਂ ਟਾਰੀਆਂ ਉੱਚੀਆਂ ਉੱਚੀਆਂ ਇਹਨਾਂ ਜ਼ਾਲਮਾਂ ਪਾਪੀਆਂ ਦੀਆਂ ਗੜੀਆਂ ਬਣੀਆਂ ਹੋਈਆਂ ਹਨ, ਇਹਨਾਂ ਦੇ ਵੀ ਇਹ ਐਵੇਂ ਇੱਕ ਦੇਖਣ ਮਾਤਰ ਕਿਤੇ ਕਿਤੇ ਚਿੰਨ ਬਾਕੀ ਰਹਿ ਜਾਣੇ ਹਨ। ਪਰੈ ਆਪ ਦਾ ਭੀਖ ਨਾ, ਤਰਬ ਸਰਬ ਲਖਾਂਗੀ। ਸਤਿਗੁਰੂ ਜੀ ਕਹਿਣ ਲੱਗੇ ਵੀ ਜਦੋਂ ਇਹੋ ਜੀ ਬਹੁਤ ਵੱਡੀ ਭਿਆਨਕ ਦੁਖਦਾਈ ਬਿਪਤਾ ਇਹਨਾਂ ਦੇ ਸਿਰ ਤੇ ਪਈ ਨਾ, ਫਿਰ ਉਸ ਸਮੇਂ ਇਹਨਾਂ ਦੀਆਂ ਅੱਖਾਂ ਖੁੱਲਣੀਆਂ ਹਨ। ਤੋਬ ਢਿੱਗ ਰਹਿ ਬਾਜ਼ਾਰ ਇੱਕ, ਹਵੈ ਅਪਰ ਉਜਾਰਾ। ਆ ਜਿਹੜਾ ਤੇਰੇ ਡੇਰੇ ਦੇ ਨੇੜੇ ਬਸਣ ਵਾਲਾ ਬਾਜ਼ਾਰ ਉਹ ਤਾਂ ਉਸੇ ਤਰ੍ਹਾਂ ਸਹੀ ਸਲਾਮਤ ਰਹਿ ਜੂ, ਤੇ ਆ ਬਾਕੀ ਜਿਹੜੇ ਨੇ ਵੱਡੇ ਵੱਡੇ ਬਾਜ਼ਾਰ ਇਹਨਾਂ ਨੂੰ ਮੇਰੇ ਸਿੰਘ ਸੂਰਮਿਆਂ ਨੇ ਇੱਕ ਖੇਤਾਂ ਦੇ ਸਮਾਨ ਉਜਾੜ ਕਰਕੇ ਬਣਾ ਦੇਣਾ ਹੈ। ਮਾਰ ਲੂਟ ਪਲਟਾ ਲਹਿ, ਵੱਡ ਪੰਥ ਹਮਾਰਾ। ਜਿੱਥੇ ਹੁਣ ਵੱਡੇ ਵੱਡੇ ਇਹੋ ਜਿਹੇ ਘੋਰ ਜ਼ੁਲਮ ਹੋਏ ਹਨ ਤੇ ਉਹਨਾਂ ਨੂੰ ਤਾਂ ਫਿਰ ਮੇਰੇ ਯੋਧੇ ਸੂਰਮਿਆਂ ਨੇ ਆ ਕਰਕੇ ਚਾਰੇ ਪਾਸਿਆਂ ਤੋਂ ਉਜਾੜ ਕਰਕੇ ਰੱਖ ਦੇਣਾ ਹੈ। ਦਿਆਲਪੁਰੀ ਸੁਨ ਦਿਆਲ ਤੇ, ਪੁਨ ਮਸਤਕ ਟੀਕਾ। ਜਦੋਂ ਦਿਆਲਪੁਰੀ ਮਹੰਤ ਨੇ ਇਹ ਮਹਾਰਾਜ ਦੇ ਜਿਹੜੇ ਇਹੋ ਜਿਹੇ ਦਇਆ ਦੇ ਰਹਿਮ ਦੇ ਭਰੇ ਹੋਏ ਬਚਨ ਆਪਣੇ ਕੰਨਾਂ ਦੇ ਨਾਲ ਸੁਣ ਲਏ ਸੀ। ਧੰਨ ਗੁਰੂ ਪੂਰਨ ਪੁਰਖ, ਤੁਮ ਜਲਦ ਬਿਬੀਕਾ। ਉਸੇ ਟਾਈਮ ਤੇ ਤਾਂ ਫਿਰ ਦਸ਼ਮੇਸ਼ ਪਿਤਾ ਦੇ ਚਰਨਾਂ ਤੇ ਬਾਰ-ਬਾਰ ਡੰਡੌਤਾ ਕਰਨ ਲੱਗ ਪਿਆ ਸੀ। ਆਗਿਆ ਲੀ ਕਰ ਆਨੰਦ ਧਰ, ਨਿਜ ਪੁਰਖੋ ਆਇਓ। ਇਹ ਜਿਹੜਾ ਦਿਆਲਪੁਰੀ ਮਹੰਤ ਮਹਾਰਾਜ ਦੇ ਪਾਸੋਂ ਆਗਿਆ ਲੈ ਕਰਕੇ ਵਾਪਸ
ਆਪਣੇ ਡੇਰੇ ਦੇ ਵਿੱਚ ਪਹੁੰਚ ਗਿਆ ਸੀ। ਚੜ ਕੋਠੇ ਪਰ ਊਚ ਧੁਨ ਲੇ ਸੰਖ ਬਜਾਇਓ। ਇਹਨੇ ਫਿਰ ਕੋਠੇ ਤੇ ਚੜ ਕਰਕੇ ਨਾ ਜਦੋਂ ਬਹੁਤ ਉੱਚੀ ਧੁਨੀ ਦੇ ਨਾਲ ਆਪਣਾ ਸ਼ੰਖ ਵਜਾਇਆ ਸੀ। ਜਹ ਜਹ ਨਰ ਜਿਤ ਕਿਤ ਸੁਨੀ ਸੋ ਅਬ ਲਓ ਬਸ। ਭਾਈ ਸਾਹਿਬ ਜੀ ਕਹਿੰਦੇ ਨੇ ਵੀ ਜਿੱਥੋਂ ਤੱਕ ਇਹਦੇ ਡੇਰੇ ਦੇ ਨੇੜੇ ਵਸਣ ਵਾਲੇ ਲੋਕਾਂ ਨੇ ਸ਼ੰਖ ਦੀ ਜਿਹੜੀ ਆਵਾਜ਼ ਆਪਣੇ ਕੰਨਾਂ ਦੇ ਨਾਲ ਸੁਣ ਲਈ, ਫਿਰ ਉਹਨਾਂ ਦਾ ਕੋਈ ਵੀ ਜਿਹੜਾ ਕਰ ਕਾਟ ਬਰਬਾਦ ਨਹੀਂ ਹੋਇਆ ਸੀ। ਕਈ ਕੋਸ ਲਓ ਪੁਰ ਵੱਡੋ ਗੁਰ ਸਰਾਪ ਬਿਨਾਸ਼ਾ। ਪਰ ਜਿਹੜਾ ਸਰਹੰਦ ਸ਼ਹਿਰ ਉਹਨਾਂ ਸਮਿਆਂ 'ਚ ਕਹਿੰਦੇ ਕਈ ਕੋਹਾਂ ਤੱਕ ਚਾਰੇ ਪਾਸੇ ਵਸਿਆ ਹੋਇਆ ਸੀ। ਪਹੁੰਚੀ ਸੁਧ ਤੁਰਕਾਨ ਢਿੱਗ ਗੁਰ ਸਰਾਪ ਉਚਾਰਾ। ਹੁਣ ਸ਼ਰਾਪ ਦੇ ਬਚਨਾਂ ਦੀ ਖਬਰ ਵੱਡੇ ਵੱਡੇ ਤੁਰਕਾਂ, ਮੁਸਲਮਾਨਾਂ ਔਰ ਪਠਾਨਾਂ ਦੇ ਪਾਸ ਵੀ ਪਹੁੰਚ ਗਈ ਹੈ। ਅਬ ਕਾਂਗੜਪੁਰ ਥਿਰ ਭਈ ਕਰ ਜੰਗ ਅਖਾੜਾ। ਜਿਹੜੇ ਸੀ ਬਾਦਸ਼ਾਹ ਔਰੰਗਜ਼ੇਬ ਦੇ ਵੱਡੇ ਵੱਡੇ ਆਪਣੇ ਹਿੰਦੁਸਤਾਨ ਦੇ ਵਿੱਚ ਨਵਾਬ ਬਣਾਏ ਹੋਏ ਸਨ, ਉਹਨਾਂ ਨੂੰ ਵੀ ਸਹਿਜੇ ਸਹਿਜੇ ਇਹ ਖਬਰ ਮਿਲ ਗਈ ਵੀ ਦੇਖੋ ਹੈਰਾਨਗੀ ਦੀ ਗੱਲ ਤਾਂ ਇਹ ਹੈ, ਗੁਰੂ ਜੀ ਇਤਨੀਆਂ ਲੱਖਾਂ ਦੀ ਗਿਣਤੀ ਦੀ ਜਿਹੜੀ ਫੌਜ ਉਹਦੇ ਵਿੱਚੋਂ ਬਚ ਕਰਕੇ ਅੱਗੇ ਫਿਰ ਜੰਗਲ ਦੇ ਇਲਾਕੇ ਦੇ ਵਿੱਚ ਪਹੁੰਚ ਗਏ ਹਨ। ਜਦੋਂ ਸਤਿਗੁਰੂ ਜੀ ਨੇ ਜਿਹੜੀ ਹੈ ਚਮਕੌਰ ਦੀ ਗੜੀ ਉਹਦੇ ਆਲੇ ਦੁਆਲੇ ਵੀ ਦੇਖੋ 10 ਲੱਖ ਦੀ ਜਿਹੜੀ ਗਿਣਤੀ ਦੀ ਸੈਨਾ ਚਾਰੇ ਪਾਸੇ ਘੁੰਮ ਰਹੀ ਸੀ। ਸੁਣ ਕਰਕੇ ਵੱਡੇ ਵੱਡੇ ਜਿਹੜੇ ਨਵਾਬ ਅਹਿਲਕਾਰ ਮਨ ਦੇ ਵਿੱਚ ਬਹੁਤ ਜ਼ਿਆਦਾ ਹੈਰਾਨ ਹੋਣ ਲੱਗ ਪਏ ਨੇ। ਕਈ ਲੱਖ ਦਲ ਸੁਪੱਟ ਮੈਂ ਕਰਕੇ ਕਮਸਾਨਾ। ਵੀ ਦੇਖੋ ਗੁਰੂ ਜੀ ਕਈ ਲੱਖ ਸੈਨਾ ਦੇ ਨਾਲ ਵੱਡੇ ਵੱਡੇ ਨਾ ਘਮਸਾਨ ਦੇ ਜੰਗ ਕਰਦੇ ਹੋ, ਫਿਰ ਉਸੇ ਤਰ੍ਹਾਂ ਸਹੀ ਸਲਾਮਤ ਸੁੱਖਾਂ ਦੇ ਸਮੇਤ ਬਾਹਰ ਨਿਕਲ ਗਏ ਹਨ। ਪਰਿਓ ਸ਼ੋਕ ਸਭ ਦੇਸ਼ ਮੈਂ ਲੱਖੋਂ ਰਿਪਹਾਨਾ। ਗੁਰੂ ਜੀ ਨੇ ਸਾਡੇ ਲੱਖਾਂ ਦੀ ਗਿਣਤੀ ਦੇ ਵਿੱਚ ਨੌਕਰ ਸਿਪਾਹੀ ਜੋਧੇ ਸੂਰਮੇ ਮਾਰ ਕੇ ਆ ਦੇਖੋ ਘਰ ਘਰ ਦੇ ਵਿੱਚ ਬੜਾ ਸ਼ੌਕ ਵੀ ਪੈਦਾ ਕਰ ਦਿੱਤਾ ਹੈ। ਹੁਣ ਜਿਸ ਪ੍ਰਕਾਰ ਆ ਵਜੀਦੇ ਨੇ ਇੱਕ ਜਿਹੜੀ ਚਿੱਠੀ ਭਾਈ ਸਮੀਰ ਦੇ ਵੱਲ ਭੇਜਣੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖ ਤਾਈ ਨੇ ਹਾਲ ਕਰ ਰਹੇ ਨੇ। ਕਈ ਲੱਖ ਦਲ ਸੁਪੱਟ ਮੈਂ ਕਰਕੇ ਕਮਸਾਨਾ। ਪਰਿਓ ਸ਼ੋਕ ਸਭ ਦੇਸ਼ ਮਹਿ ਲੱਖੋਂ ਰਿਪਹਾਨਾ। ਕਈ ਲੱਖ ਦਲ ਸੁਪੱਟ ਮੈਂ ਕਰਕੇ ਕਮਸਾਨਾ। ਪਰਿਓ ਸ਼ੋਕ ਸਭ ਦੇਸ਼ ਮਹਿ ਲੱਖੋਂ ਰਿਪਹਾਨਾ। ਏ ਚੌਥ ਹੈ ਪਾਰ ਬ੍ਰਹਮਾ ਅਬਨਾਸੀ ਅਬਨਾਸੀ ਅਗਨਾਸ।